ਵਾਹੋ ਵਾਹੋ ਗੁਰ ਗੋਬਿੰਦ ਸਿੰਘ ਜੀ। ਵਾਹੋ ਕੁਰਬਾਨੀ ਗੁਰ ਗੋਬਿੰਦ ਸਿੰਘ ਦੀ। ਗੁਰੂ ਗੋਬਿੰਦ ਸਿੰਘ ਜੀ ਗੋਬਿੰਦ ਸਿੰਘ ਜੀ। ਸਰਬੰਸ ਦਾਨੀ ਗੁਰ ਗੋਬਿੰਦ ਸਿੰਘ ਜੀ ਵੱਡੀ ਕੁਰਬਾਨੀ ਗੁਰ ਗੋਬਿੰਦ ਸਿੰਘ ਦੀ। ਲਿਖਾਰੀ ਗੁਰ ਗੋਬਿੰਦ ਸਿੰਘ ਜੀ, ਵੱਡੇ ਲਿਖਾਰੀ ਗੁਰ ਗੋਬਿੰਦ ਸਿੰਘ ਜੀ। ਵੱਡੇ ਲਿਖਾਰੀ ਗੁਰ ਗੋਬਿੰਦ ਸਿੰਘ ਜੀ,
वाले गुरु गोबिंद सिंह जी। कलगियां वाले गुरु गोबिंद सिंह जी, बाजा वाले गुरु गोबिंद सिंह जी। आनंदपुर वासी गुरु गोबिंद सिंह जी, आनंदपुर वासी गुरु गोबिंद सिंह जी। कलगियां वाले गुरु गोबिंद सिंह जी, आनंदपुर वासी गुरु गोबिंद सिंह जी। अमृत के दाते गुरु गोबिंद सिंह जी, पंथ के वाली गुरु गोबिंद सिंह जी। गुरु गोबिंद सिंह जी, दाते गुरु गोबिंद सिंह जी। वाहो वाहो गुरु गोबिंद सिंह जी, वाहो वाहो गुरु गोबिंद सिंह जी। वाहो वाहो गुरु गोबिंद सिंह जी, वाहो वाहो गुरु गोबिंद सिंह जी। वाहो वाहो गुरु गोबिंद सिंह जी, वाहो वाहो गुरु गोबिंद सिंह जी। वाहो वाहो गुरु गोबिंद सिंह जी, वाहो वाहो गुरु गोबिंद सिंह जी। वाहो वाहो गोबिंद सिंह आपे गुर चेला। ਧੰਨ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿੰਨੀ ਵੀ ਤਾਰੀਫ ਕਰ ਲੋ ਓਨੀ ਥੋੜੀ ਹੈ, ਕਿਉਂਕਿ ਉਹਨਾਂ ਦੇ ਵਿੱਚ ਸਾਰੇ ਹੀ ਗੁਣ ਸੀ। ਦੁਨਿਆਵੀ ਤੌਰ ਤੇ ਵੇਖਿਆ ਜਾਈਏ ਤੇ ਉਹਨਾਂ ਵਰਗਾ ਰਾਜਾ ਕੋਈ ਨਹੀਂ। ਜੇ ਫਕੀਰ ਦੇ ਤੌਰ ਤੇ ਵੇਖੀਏ ਤੇ ਉਹਨਾਂ ਵਰਗਾ ਸੰਤ ਸਿਪਾਹੀ ਕੋਈ ਨਹੀਂ। ਤਿਆਗ ਦੀ ਭਾਵਨਾ ਨਾ ਦੇਖੋ ਤੇ ਉਹਨਾਂ ਵਰਗਾ ਤਿਆਗੀ ਕੋਈ ਨਹੀਂ। ਵਿਰਾਗ ਦੀ ਭਾਵਨਾ ਵੇਖੋ ਉਹਨਾਂ ਵਰਗਾ ਵਿਰਾਗੀ ਕੋਈ ਨਹੀਂ। ਜੇ ਦਾਨ ਦੀ ਭਾਵਨਾ ਨਾ ਵੇਖੋ ਤੇ ਜੋ ਮਹਾਰਾਜ ਜੀ ਦਾਨ ਕਰ ਗਏ ਨੇ ਨਾ ਉਹ ਕੋਈ ਨਹੀਂ ਦਾਨ ਕਰ ਸਕਦਾ। ਇਸ ਕਰਕੇ ਕਹਿੰਦੇ ਕਲਗੀਧਰ ਪਾਤਸ਼ਾਹ ਜੀ ਦੀ ਉਸਤਤ ਕੋਈ ਵੀ ਨਹੀਂ ਕਰ ਸਕਦਾ। ਜਿੰਨੀ ਉਸਤਤ ਕਰ ਲੋ ਓਨੀ ਥੋੜੀ ਹੈ। ਬੇਅੰਤਾ ਬੇਅੰਤ ਗੁਣ ਤੇਰੇ ਕੇਤਕ ਗਾਵਾਂ ਰਾਮ। ਕਹਿੰਦੇ ਮਹਾਰਾਜ ਕਿੰਨੇ ਕੁ ਗੁਣ ਤੁਹਾਡੇ ਗਾ ਲਵਾਂ, ਤੁਸੀਂ ਬੇਅੰਤ ਜੇ ਤੁਹਾਡੇ ਗੁਣ ਵੀ ਬੇਅੰਤ ਨੇ। ਬੇਅੰਤ ਦਾ ਮਤਲਬ ਹੈ ਅੰਤੀ ਕੋਈ ਨਹੀਂ। ਤੇ ਮਹਾਰਾਜ ਜੀ ਨੇ ਕਿੰਨੇ ਵੱਡੇ ਵੱਡੇ ਕੌਤਕ ਗੁਰੂ ਸਾਹਿਬ ਦੇ ਜੀਵਨ ਤੱਕੋ ਕਿੰਨੀਆਂ ਵੱਡੀਆਂ ਕੁਰਬਾਨੀਆਂ। ਇੱਕ ਵਾਰ ਅਸੀਂ ਬਾਬਾ ਜੀ ਨਾਲ ਮੈਂ ਨਾ ਭੁੱਚੋ ਸਾਹਿਬ ਤੋਂ ਹਜੂਰ ਸਾਹਿਬ ਆਉਣਾ ਸੀ ਬਾਈ ਰੋਡ। ਬਾਬਾ ਖੇਮ ਸਿੰਘ ਜੀ ਦੇ ਦਰਸ਼ਨ ਕਰਕੇ ਤੇ ਬਾਬਾ ਜੀ ਨੇ ਨੂੰ ਹੁਕਮ ਲਾਇਆ ਕਿਸੇ ਦੇ ਘਰੇ ਜਾਣਾ ਸੀ ਤੇ ਉੱਥੋਂ ਹੋ ਕੇ ਤੇ ਫਿਰ ਅੱਗੇ ਜਾਇਓ। ਜਦੋਂ ਅਸੀਂ ਉਹਨਾਂ ਘਰੇ ਗਏ ਤੇ ਉਹਨਾਂ ਦੀ ਇੱਕ ਮਾਈ ਜਿਹੜੀ ਸੀ ਉੱਚੀ ਉੱਚੀ ਰੋਣ ਲੱਗ ਪਈ। ਉਹ ਕਹਿੰਦੀ ਦੁਨੀਆ ਦੇ ਸਾਰੇ ਦੁੱਖ ਹੀ ਮੇਰੇ ਝੋਲੀ 'ਚ ਆ ਗਏ ਨੇ। ਮੇਰੇ ਤੇ ਦੁਨੀਆ ਦੇ ਸਾਰੇ ਦੁੱਖ ਹੀ ਮੇਰੇ ਘਰੇ ਆ ਗਏ। ਮੈਂ ਬੜੀ ਦੁਖੀ ਹਾਂ। ਉਹ ਬੜੀ ਉੱਚੀ ਉੱਚੀ ਰੋਣ ਲੱਗ ਪਈ। ਅਸੀਂ ਦੇਖਿਆ ਤੇ ਘਰੇ ਮਹਾਂਪੁਰਸ਼ਾਂ ਨੂੰ ਬੁਲਾ ਕੇ ਤੇ ਹੁਣ ਇੰਨਾ ਵਿਰਾਗ ਤੇ ਇੰਨਾ ਰੋਣ। ਬਾਬਾ ਜੀ ਨੇ ਉਹਨੂੰ ਇੱਕ ਹੀ ਵਚਨ ਕੀਤਾ। ਬਾਬਾ ਜੀ ਕਹਿਣ ਲੱਗੇ ਕੀ ਤੂੰ ਦੁਖੀ ਆ? ਜੇ ਥੋੜੀ ਜੀ ਮਾਇਆ ਦਾ ਘਾਟਾ ਪੈ ਗਿਆ ਏ ਤੇ ਉਹਦੇ ਕਰਕੇ ਰੋਈ ਜਾ ਰਹੀ, ਤੇ ਥੋੜੀ ਜੀ ਤੇਰੀ ਕਿਸੇ ਘਰ 'ਚ ਅਣਬਣ ਹੋਈ ਤੇ ਉਹਦੇ ਕਰਕੇ, ਤੇ ਤੂੰ ਕਹਿੰਦੀ ਐ ਤੇ ਮੇਰੇ ਜਿੰਨਾ ਦੁਖੀ ਕੋਈ ਨਹੀਂ। ਬਾਬਾ ਜੀ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀਵਨ ਤੱਕਿਆ। ਜਿੰਨੀਆਂ ਵੱਡੀਆਂ ਮੁਸ਼ਕਿਲਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਜੀਵਨ ਦੇ ਵਿੱਚ ਦੇਖੀਆਂ ਹੈ ਨਾ, ਜਿੰਨੇ ਵੱਡੇ ਦੁੱਖ ਉਹਨਾਂ ਨੇ ਸਹਾਰੇ ਨੇ, ਕਹਿੰਦੇ ਅੱਖਾਂ ਦੇ ਸਾਹਮਣੇ ਆਪਣੇ ਪੁੱਤਰਾਂ ਦੀ ਕੁਰਬਾਨੀ।
ਨਿੱਕੀ ਜੀ ਬਚਪਨ ਦੀ ਉਮਰ ਦੇ ਵਿੱਚ ਹੀ ਆਪਣੇ ਪਿਤਾ ਜੀ ਨੂੰ ਤੋਰਿਆ। ਹਿੰਦੂ ਰੋ ਰਹੇ ਸੀ ਤੇ ਮਹਾਰਾਜ ਕਹਿੰਦੇ 9 ਸਾਲ ਦੀ ਉਮਰ ਤੇ ਖੇਡਦੇ ਖੇਡਦੇ ਆਏ। ਕਹਿੰਦੇ ਪਿਤਾ ਜੀ ਕਿਉਂ ਰੋ ਰਹੇ ਨੇ? ਕਹਿੰਦੇ ਇਹਨਾਂ ਦਾ ਧਰਮ ਬੜੇ ਸੰਕਟ ਵਿੱਚ ਆ ਗਿਆ। ਤੇ ਕਹਿੰਦੇ ਜੀ ਆਪ ਜੀ ਕੋਲ ਆਣ ਕੇ ਇੰਨਾ ਬਰਾਕ ਕਰ ਰਹੇ ਨੇ, ਰੋ ਰਹੇ ਨੇ, ਕਿਰਪਾ ਕਰ ਦਿਓ। ਤੇ ਗੁਰੂ ਸਾਹਿਬ ਕਹਿਣ ਲੱਗੇ ਇਹਨਾਂ ਦਾ ਧਰਮ ਤਾਂ ਬਚਦਾ ਏ ਜੇ ਕੋਈ ਪੂਰਨ ਮਹਾਂਪੁਰਸ਼ ਬ੍ਰਹਮ ਗਿਆਨੀ ਆਪਣੀ ਕੁਰਬਾਨੀ ਦੇ ਦੇਵੇ। ਤੇ ਮਹਾਰਾਜ ਕਹਿਣ ਲੱਗੇ ਤੁਹਾਡੇ ਨਾਲ ਵੱਡਾ ਵੀ ਕੋਈ ਸੰਤ ਬ੍ਰਹਮ ਗਿਆਨੀ ਦੁਨੀਆ 'ਚ ਇਸ ਟਾਈਮ ਤੇ ਹੈਗਾ ਹੈ। ਇਸ ਸਮੇਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿਣ ਲੱਗੇ ਤੇ ਤੁਹਾਡੇ ਨਾਲੋਂ ਵੱਡਾ ਕੋਈ ਦੁਨੀਆ 'ਚ ਅੱਜ ਦੇ ਟਾਈਮ 'ਚ ਨਾ ਤਾਂ ਕੋਈ ਬ੍ਰਹਮ ਗਿਆਨੀ ਆ, ਨਾ ਕੋਈ ਗੁਰੂ ਆ, ਤੇ ਨਾ ਕੋਈ ਮਹਾਂਪੁਰਸ਼। ਤੇ ਜਾਓ ਆਪ ਜੀ ਇਹਨਾਂ ਦਾ ਧਰਮ ਬਚਾਓ, ਕਿਉਂਕਿ ਤੁਹਾਡੇ ਦਰ ਤੇ ਆਏ ਨੇ। ਇਹ ਗੁਰੂ ਨਾਨਕ ਦਾ ਘਰ ਆ, ਇਸ ਦਰ ਦੀ ਮਰਿਆਦਾ ਵਾ। ਤੇ ਜਿਹੜਾ ਵੀ ਇੱਥੇ ਚੱਲ ਕੇ ਆ ਗਿਆ ਨਾ, ਉਹਨੂੰ ਚਰਨਾਂ ਨਾਲ ਲਾਉਣਾ ਲਾਉਣਾ ਤੇ ਉਹਦੀ ਆਸ ਵੀ ਪੂਰੀ ਕਰਨੀ ਹੈ। ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਧਾ। ਤੇ ਮਹਾਰਾਜ ਇਹ ਤੁਹਾਡਾ ਬਿਰਧ ਆ, ਚਰਨਾਂ ਦੇ ਵਿੱਚ ਆਇਆਂ ਨੂੰ ਗੱਲ ਨਾਲ ਲਾਉਣਾ। ਇਹ ਬਿਰਧ ਸੁਆਮੀ ਦਾ ਚਰਨੀ ਆਇਆਂ ਨੂੰ ਗੱਲ ਲਾਉਣਾ। ਬਿਰਧ ਸੁਆਮੀ ਦਾ ਸ਼ਰਨੀ ਆਇਆਂ ਨੂੰ ਗੱਲ ਲਾਉਣਾ। ਸੁਆਮੀ ਦਾ ਸ਼ਰਨੀ ਆਇਆ ਨੂੰ ਗੱਲ ਲਾਉਣਾ। ਬਿਰਧ ਸੁਆਮੀ ਦਾ ਸ਼ਰਨੀ ਆਇਆ ਨੂੰ ਗੱਲ ਲਾਉਣਾ। ਬਿਰਧ ਸੁਆਮੀ ਦਾ ਸ਼ਰਨੀ ਆਇਆ ਨੂੰ ਗੱਲ ਲਾਉਣਾ। ਬਿਰਧ ਸੁਆਮੀ ਦਾ ਸ਼ਰਨੀ ਆਇਆ ਨੂੰ ਗੱਲ ਲਾਉਣਾ। ਸ਼ਰਨੀ ਆਇਆ ਨੂੰ ਗੱਲ ਲਾਉਣਾ। ਸ਼ਰਨੀ ਆਇਆ ਨੂੰ ਗੱਲ ਲਾਉਣਾ। ਆਇਆ ਨੂੰ ਗੱਲ ਲਾਉਣਾ। ਸ਼ਰਨੀ ਆਇਆ ਨੂੰ ਗੱਲ ਲਾਉਣਾ। ਸ਼ਰਨੀ ਆਇਆ ਨੂੰ ਗੱਲ ਲਾਉਣਾ। ਸੁਆਮੀ ਦਾ ਸ਼ਰਨੀ ਆਇਆ ਨੂੰ ਗੱਲ ਲਾਉਣਾ। ਬਿਰਧ ਸੁਆਮੀ ਦਾ ਸ਼ਰਨੀ ਆਇਆ ਨੂੰ ਗੱਲ ਲਾਉਣਾ। ਬਿਰਧ ਸੁਆਮੀ ਦਾ ਸ਼ਰਨੀ ਆਇਆ ਨੂੰ ਗੱਲ ਲਾਉਣਾ। ਇਹ ਬਿਰਧ ਸੁਆਮੀ ਦਾ ਸ਼ਰਨੀ ਆਇਆ ਨੂੰ ਗੱਲ ਲਾਉਣਾ। ਇਹ ਬਿਰਧ ਆ, ਜਿਹੜਾ ਸ਼ਰਨ ਵਿੱਚ ਆ ਗਿਆ ਉਹਨੂੰ ਗੱਲ ਨਾਲ ਲਾਉਣਾ ਹੈ। ਅਪਰਾਧੀ ਆ ਗਿਆ ਏ, ਦੁਖੀ ਆ ਗਿਆ ਏ, ਦੁਖਿਆਰਾ ਆਇਆ, ਕੋਈ ਵੀ ਆ ਗਿਆ, ਪਰ ਜਿਹੜਾ ਸ਼ਰਨ ਵਿੱਚ ਆ ਗਿਆ ਆਸ ਰੱਖ ਕੇ ਅਬ ਹਮ ਚੱਲੀ ਠਾकुर पे हार, जब हम शरण प्रभु की आई राख प्रभु पावे मार। ਗੁਰੂ ਸਾਹਿਬ ਜੀ ਦਾ ਬਚਨ ਵੀ ਇਹੋ ਆ। ਤੇ ਜਦੋਂ ਸਤਿਗੁਰਾਂ ਦੀ ਸ਼ਰਨ ਵਿੱਚ ਆਉਣਾ ਵਾ ਨਾ, ਫਿਰ ਜਦੋਂ ਆਣ ਕੇ ਨਮਸਕਾਰ ਕਰਨੀ ਹੈ ਨਾ, ਉਸ ਸਮੇਂ ਕਹਿੰਦੇ ਇਹ ਬੇਨਤੀ ਕਰਿਆ ਕਰੋ, ਸਤਿਗੁਰ ਆਇਓ ਸ਼ਰਨ ਤੁਹਾਰੀ, ਤੇ ਮਿਲੇ ਸੁਖ ਨਾਮ ਹਰ ਸੋਭਾ, ਚਿੰਤਾ ਲਾਹੇ ਹਮਾਰੀ। ਅਵਰ ਨ ਸੂਜੇ ਦੂਜੀ ਠਾਹਰ, ਹਾਰ ਪਰਿਓ ਤੋ ਦੁਆਰੀ। ਕਹਿੰਦੇ ਮਹਾਰਾਜ ਹੁਣ ਤੇ ਕੋਈ ਥਾਂ ਨਹੀਂ ਸਾਨੂੰ ਲੱਭਦਾ, ਹੁਣ ਤੇ ਤੁਹਾਡੀ ਸ਼ਰਨ ਵਿੱਚ ਆ ਗਏ ਆ।
ਤੇ ਆਪਾਂ ਵੀ ਇਹੋ ਬੇਨਤੀ ਕਰਨੀ ਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਚਰਨਾਂ ਵਿੱਚ, ਮਹਾਰਾਜ ਅਸੀਂ ਵੀ ਆਪ ਜੀ ਦੇ ਚਰਨਾਂ ਵਿੱਚ ਹਜ਼ੂਰ ਸਾਹਿਬ ਦੀ ਪਵਿੱਤਰ ਧਰਤੀ ਤੇ ਪਹੁੰਚੇ ਹਾਂ। ਜਿਵੇਂ ਆਪ ਜੀ ਦੇ ਦਰ ਤੇ ਕੋਈ ਵੀ ਆਇਆ ਸੀ ਖਾਲੀ ਨਹੀਂ ਮੁੜਿਆ। ਆਨੰਦਪੁਰ ਸਾਹਿਬ ਦੀ ਧਰਤੀ ਤੇ ਜੋ ਵੀ ਆਇਆ ਨਾ ਫਰਿਆਦ ਲੈ ਕੇ, ਉਹ ਹਰ ਕਿਸੇ ਦੀ ਮੁਰਾਦ ਪੂਰੀ ਹੋਈ। ਕਿਉਂਕਿ ਪੂਰੇ ਸਤਿਗੁਰ ਦੀ ਵਡਿਆਈ ਹੈ, ਉਹ ਕਦੇ ਨਹੀਂ ਖਾਲੀ ਮੋੜਦੇ। ਬਾਬਾ ਮਹਾਰਾਜ ਸਿੰਘ ਜੀ ਮਹਾਰਾਜ ਬਚਨ ਕਰਦੇ ਸਨ, ਕਹਿੰਦੇ ਆਪਣੇ ਜੀਵਨ ਦੇ ਵਿੱਚ ਵੀ ਤੇ ਬਾਅਦ ਵਿੱਚ ਵੀ ਜਿਹੜਾ ਪੁੱਛੋ ਦੇ ਦਰ ਤੇ ਆ ਜਾਵੇਗਾ ਨਾ, ਉਦੋਂ ਖਾਲੀ ਨਹੀਂ ਮੋੜਨਾ। ਜਿਹੜਾ ਆਇਆ ਭਾਵਨਾ ਕਰਕੇ, ਜਿਨੇ ਇਹ ਅਰਦਾਸ ਕਰ ਦਿੱਤੀ, ਅਵਰ ਨਾ ਸੂਝੇ ਦੂਜੀ ਠਾਹਰ ਹਾਰ ਪਰਿਓ ਤੋ ਦਵਾਰੀ। ਦੂਜੀ ਥਾਏ ਨਾ ਸੂਝੇ ਹੀ ਹੋ ਕਿੱਥੇ ਕੂਕਣ ਜਾ। ਜਿਹੜਾ ਕਵੇ ਤੇ ਮੈਨੂੰ ਹੋਰ ਕੋਈ ਥਾਂ ਨਹੀਂ ਲੱਭਦਾ, ਨਾ ਹੀ ਦਿਸ ਰਿਹਾ ਏ ਜਿੱਥੇ ਜਾ ਕੇ ਮੈਂ ਪੁਕਾਰ ਕਰ ਲਾਂ, ਇਸ ਲਈ ਮੈਂ ਤੁਹਾਡੀ ਸ਼ਰਨ ਵਿੱਚ ਆਣ ਕੇ ਅਰਦਾਸ ਕਰ ਰਿਹਾ। ਕਿੰਨੇ ਮਹਾਂਪੁਰਸ਼ ਹੋਏ ਨੇ ਆਪਣੇ, ਸਾਰੀਆਂ ਸੰਪਰਦਾਵਾਂ ਦੇ ਜਿੰਨੇ ਵੀ ਮੁਖੀ ਨੇ ਨਾ, ਉਹ ਹਜ਼ੂਰ ਸਾਹਿਬ ਤੋਂ ਕਲਗੀਧਰ ਪਾਤਸ਼ਾਹ ਕੋਲੋਂ ਦਾਤਾਂ ਲੈ ਕੇ ਗਏ। ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਹਜ਼ੂਰ ਸਾਹਿਬ ਦੀ ਯਾਤਰਾ ਜ਼ਰੂਰ ਕੀਤੀ, ਇੱਥੇ ਆਣ ਕੇ ਫਿਰ ਤੀਰਥ ਤੇ ਨਾਮ ਜਪਿਆ। ਕਿਉਂਕਿ ਹਜ਼ੂਰ ਸਾਹਿਬ ਦੀ ਧਰਤੀ ਤੇ ਕੇਵਲ ਤੇ ਕੇਵਲ ਵਡਿਆਈ ਆ ਨਾਮ ਜਪਣ ਵਾਲਿਆਂ ਦੀ। ਫਲ ਵੀ ਉਹਨਾਂ ਨੂੰ ਮਿਲਦਾ ਹੈ ਜਿਹੜੇ ਇੱਥੇ ਆਣ ਕੇ ਨਾਮ ਜਪ ਲੈਂਦੇ ਨੇ, ਬੰਦਗੀ ਕਰਦੇ ਨੇ। ਹੁਣ ਜਿਹੜਾ ਸਮਾਂ ਚੱਲ ਰਿਹਾ ਹੈ, ਇਸ ਦੇ ਵਿੱਚ ਕੇਵਲ ਤੇ ਕੇਵਲ ਨਾਮ ਜਪਣ ਵਾਸਤੇ ਇੱਥੇ ਆਪਾਂ ਆਏ ਹਾਂ। ਕਿਉਂਕਿ ਹੋਰ ਕੋਈ ਨਹੀਂ, ਸਾਰੇ ਪਾਸੇ ਲੋਕਡਾਊਨ ਹੋਇਆ ਹੈ। ਇੰਨਾ ਕਿ ਛੂਟ ਆ ਤੇ ਇੱਥੇ ਆਣ ਕੇ ਤੁਸੀਂ ਨਾਮ ਜਪੋ ਤੇ ਸੱਚਖੰਡ ਜਾ ਕੇ ਦਰਸ਼ਨ ਵੇਲੇ ਕਰਕੇ ਆਓ। ਅਬ ਚਲ ਨਗਰ ਗੋਬਿੰਦ ਗੁਰੂ ਕਾ ਨਾਮ ਜਪਤ ਸੁਖ ਪਾਇਆ ਰਾਮ। ਮਨ ਨਿਸ਼ੇ ਸੇ ਫਲ ਪਾਏ ਕਰਤੇ ਆਪ ਵਸਾਇਆ ਰਾਮ। ਬਾਬਾ ਜੀ ਕਹਿਣ ਲੱਗੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੀਵਨ ਤੱਕਿਆ ਮਾਈ ਤੂੰ? ਜੇ ਉਹਨਾਂ ਦਾ ਜੀਵਨ ਇੱਕ ਵਾਰੀ ਪੜ੍ਹ ਕੇ ਦੇਖ, ਕਿਵੇਂ ਅੱਖਾਂ ਦੇ ਸਾਹਮਣੇ ਪੁੱਤਰ ਸ਼ਹੀਦ ਹੋਏ, ਕਿਵੇਂ ਨਿੱਕੇ ਜਿਹੇ ਉਹਨਾਂ ਦੇ ਬੱਚੇ ਸੀ ਜਿਹੜੇ ਨੀਹਾਂ 'ਚ ਚਿਣ ਦਿੱਤੇ। 9 ਸਾਲ ਦੀ ਉਮਰ 'ਚ ਪਿਤਾ ਨੂੰ ਤੋਰਿਆ ਹਿੰਦੂਆਂ ਦਾ ਧਰਮ ਬਚਾਉਣ ਵਾਸਤੇ। ਕਿਵੇਂ ਮਾਤਾ ਜੀ ਵੀ ਉੱਥੇ ਬੱਚਿਆਂ ਦੇ ਨਾਲ ਸ਼ਹੀਦ ਹੋਏ। ਕਹਿਣ ਲੱਗੇ ਉਹਨਾਂ ਦਾ ਜੀਵਨ ਤੱਕ ਜਿਨ੍ਹਾਂ ਨੇ ਸਾਰਾ ਸਰਬੰਸ ਹੀ ਵਾਰ ਦਿੱਤਾ, ਤੂੰ ਉਹਨਾਂ ਨਾਲ ਜ਼ਿਆਦਾ ਦੁਖੀ। ਉਸ ਸਮੇਂ ਉਹ ਮਾਤਾ ਹੈ ਸ਼ਾਂਤ ਹੋ ਕੇ ਚੁੱਪ ਕਰ ਗਈ। ਕਹਿੰਦੀ ਬਾਬਾ ਜੀ ਅੱਜ ਤੋਂ ਬਾਅਦ ਮੇਰੀਆਂ ਅੱਖਾਂ 'ਚ ਦੁੱਖ ਨੂੰ ਲੈ ਕੇ ਪਾਣੀ ਨਹੀਂ ਆਊਗਾ। ਕਿਉਂਕਿ ਮਹਾਰਾਜ ਨੇ ਆਪਾਂ ਨੂੰ ਦੱਸਿਆ ਹੈ ਭਾਈ, ਇੰਨੀ ਤੁਹਾਡੇ 'ਚ ਹਿੰਮਤ ਹੋਣੀ ਚਾਹੀਦੀ ਹੈ। ਜੇ ਗੁਰੂ ਵਾਲੇ ਬਣਨਾ ਹੈ ਨਾ, ਇੰਨਾ ਆਪਣੇ ਗੁਰੂ ਤੇ ਭਰੋਸਾ ਹੋਣਾ ਚਾਹੀਦਾ ਹੈ। ਤੇ ਗੁਰੂ ਨੂੰ ਨਹੀਂ ਭੁੱਲਣਾ। ਗੁਰੂ ਅਰਜਨ ਸਾਹਿਬ ਜੀ ਮਹਾਰਾਜ ਇੱਕ ਸ਼ਬਦ 'ਚ ਬਚਨ ਕਰਦੇ ਨੇ, ਕਹਿੰਦੇ ਭਾਵੇਂ ਇਹੋ ਜਿਹਾ ਸਮਾਂ ਵੀ ਆ ਜਾਵੇ ਨਾ, ਤੇ ਜੇ ਗੁਰੂ ਨੂੰ ਉਸ ਸਮੇਂ ਯਾਦ ਕਰ ਲੋ ਤਾਂ ਉਹ ਵੱਡੇ ਨਾ ਵੱਡੇ ਦੁੱਖ ਵੀ ਕੁਝ ਨਹੀਂ ਵਿਗਾੜ ਸਕਦੇ, ਜਾਂ ਕੋ ਮੁਸ਼ਕਲ ਆਤ ਬਣੇ। ਮਹਾਰਾਜ ਕਹਿੰਦੇ ਕਿਸੇ ਦੇ ਬੜੀ ਵੱਡੀ ਮੁਸ਼ਕਲ ਵੀ ਬਣ ਜਾਵੇ, ਭਾਵੇਂ ਢੋਈ ਕੋਈ ਨਾ ਦੇ, ਫਿਰ ਉਸ ਮੁਸ਼ਕਲ ਦੇ ਵਿੱਚ ਕੋਈ ਵੀ ਉਹਨੂੰ ਢੋਈ ਨਹੀਂ ਦੇ ਰਿਹਾ। ਲਾਗੂ ਹੋਏ ਦੁਸ਼ਮਣਾ ਸਾਗ ਵੀ ਭੱਜ ਖਲੇ। ਕਹਿੰਦੇ ਸਹਾਰਾ ਦੇਣ ਦੀ ਥਾਂ ਤੇ ਉਲਟਾ ਸਾਰੇ ਦੁਸ਼ਮਣ ਬਣ ਜਾਣ ਤੇ ਸਾਖ ਸੰਬੰਧੀ ਵੀ ਛੱਡ ਜਾਣ। ਸਾਖ ਵੀ ਭੱਜ ਖਲੇ ਸਭ ਭੱਜੇ ਆਸਰਾ, ਚੂਕੇ ਸਭ ਅਸਰਾਓ। ਚਿੱਤ ਆਵੇ ਉਸ ਪਾਰ ਬ੍ਰਹਮ ਲਗੇ ਨਾ ਤਤੀ ਵਾਓ। ਪਰ ਕਹਿੰਦੇ ਇਹੋ ਜਿਹੇ ਸਮੇਂ ਦੇ ਵਿੱਚ ਜਦੋਂ ਕੋਈ ਸਹਾਰਾ ਕੋਈ ਆਸਰਾ ਨਹੀਂ ਹੈ, ਸਾਰੇ ਵਿਰੋਧਤਾ ਕਰ ਰਹੇ ਨੇ, ਪਰ ਜੇ ਕਿਤੇ ਤੇਰੇ ਦਿਲ ਦੇ ਵਿੱਚ ਗੁਰੂ ਦਾ ਖਿਆਲ ਆ ਜਾਵੇ, ਤੂੰ ਗੁਰੂ ਨੂੰ ਯਾਦ ਕਰ ਲਵੇਂ ਨਾ, ਕਿਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸ ਸਮੇਂ ਤੇਰੇ ਹਿਰਦੇ 'ਚ ਆ ਜਾਣ, ਕਹਿੰਦੇ ਲਾਗੇ ਨਾ ਤੱਤੀ ਵਾਹ, ਤੈਨੂੰ ਤੱਤੀ ਵਾਹ ਵੀ ਨਹੀਂ ਲੱਗ ਸਕਦੀ।
ਜੇ ਗੁਰੂ ਸਾਹਿਬ ਤੇਰੇ ਹਿਰਦੇ ਵਿੱਚ ਆਣ ਕੇ ਵਸ ਜਾਣ। ਇਸ ਕਰਕੇ ਗੁਰੂ ਨੂੰ ਯਾਦ ਕਰਨਾ ਬਹੁਤ ਵੱਡੀ ਬੰਦਗੀ। ਗੁਰੂ ਸਾਹਿਬ ਕਿਰਪਾ ਕਰਨ। ਆਓ ਹੁਣ ਬਾਬਾ ਜੀ ਦਾ ਸਮਾਂ ਹੈ, ਅੰਮ੍ਰਿਤ ਵੇਲਾ ਹੈ, ਦਰਗਾਹੀ ਸਮਾਂ ਹੈ। ਬਾਬਾ ਜੀ ਪਾਸੋਂ ਆਪਾਂ ਕਥਾ ਕੀਰਤਨ ਸਰਵਣ ਕਰੀਏ, ਲਾਹਾ ਲਈਏ। ਭੁੱਲਾਂ ਚੁੱਕਾਂ ਦੀ ਮਾਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ।